दफा तुम इंजीनियर को जाओ, ठीक है। एक दफा इंजीनियर अपनी अकैडमी च मैदान पै जाए। मैं एक तेल सरों का तेल लैके मैं धारा मारांगा, अगर इंजीनियर उसको निकल जाए तो मैं इंजीनियर ना मरीज बन जावांगा। मैं कहांगा मेरा प्यो बहुत ਵੱਡਾ ਦਾਅਵਾ अस्सलाम वालेकुम वरहमतुल्लाहि वबरकातुहू। ਇੱਥੇ ਤੁਸੀਂ ਦਾਵਾ ਸੁਣਿਆ ਹੈ ਪੀਰ ਖੁਰਮ ਸ਼ਾਹ ਉਰਫ ਲਟਕਣ ਵਾਲੀ ਸਰਕਾਰ, ਯਾਨੀ ਕਿ ਇਹਨੇ ਕਿਹਾ ਵੇ ਕਿ ਮਿਰਜ਼ਾ ਮੁਹੰਮਦ ਇੰਜੀਨੀਅਰ ਜਿਹੜਾ ਹੈ ਉਹ ਲੋਕਾਂ ਨੂੰ ਸਹੀ ਤਾਲੀਮ ਨਹੀਂ ਦੇ ਰਿਹਾ, ਅਤੇ ਲਿਹਾਜ਼ਾ ਮੈਂ ਉਹ ਬਾਬਾ ਵਾਂ ਜਿਹੜਾ ਕਿ ਆਪਣੇ ਕਰਤੱਵ ਕਰਕੇ ਦਿਖਾਵਾਂਗਾ, ਆਪਣੇ ਐਸੇ ਅਮਲ ਕਰਾਂਗਾ ਕਿ ਜਿਹਦੇ ਨਾਲ ਤੁਹਾਨੂੰ ਹੈਰਾਨ ਕਰ ਦਿਆਂਗਾ, ਪਰੇਸ਼ਾਨ ਕਰ ਦਿਆਂਗਾ। ਐਸਾ ਇੱਕ ਦਾਇਰਾ ਖਿੱਚਾਂਗਾ ਜਿਹਦੇ ਵਿੱਚ ਮਿਰਜ਼ਾ ਮੁਹੰਮਦ ਇੰਜੀਨੀਅਰ ਨੂੰ ਵਿੱਚ ਖਿਲਾਰਾਂਗਾ ਅਤੇ ਉਹਦੀ ਜ਼ਰੂਰਤ ਨਹੀਂ ਪਏਗੀ ਕਿ ਉਹ ਬਾਹਰ ਨਿਕਲ ਸਕੇ। ਮੇਰਾ ਐਡਾ ਪਾਵਰਫੁਲ ਜਾਦੂ ਹੈ। ਅਤੇ ਇਹ ਜਾਦੂਗਰ ਹੋਇਆ, ਇਹ ਪੀਰ ਕਾਹਦਾ ਹੋਇਆ? ਇਹ ਪੀਰਾਂ ਦੇ ਕੰਮ ਨਹੀਂ ਇਹੋ ਜਿਹੇ ਹੁੰਦੇ। ਜਿਹੜੇ ਪੀਰ ਫਕੀਰ ਹੁੰਦੇ ਨਾ, ਉਹਨਾਂ ਦੀ ਸੂਫੀਆਨਾ ਤਰਬੀਅਤ ਹੁੰਦੀ ਹੈ, ਉਹਨਾਂ ਦੀ ਸੂਫੀਆਨਾ ਦੀ ਆਦਤ ਹੁੰਦੀ ਹੈ। ਉਹਨਾਂ ਦੀ ਇਹ ਨਹੀਂ ਹੁੰਦੀ, ਉਹ ਦਾਅਵੇ ਨਹੀਂ ਕਰਦੇ, ਉਹ ਦੀਨ ਦੀ ਤਾਲੀਮ ਦਿੰਦੇ ਨੇ ਇਸ ਤਰੀਕੇ ਦੇ ਨਾਲ ਕਿ ਕੋਈ ਈਮਾਨ ਲੈ ਆਵੇ ਅੱਲਾ 'ਤੇ, ਉਹਨਾਂ 'ਤੇ ਨਹੀਂ, ਅੱਲਾ 'ਤੇ। ਉਹ ਅੱਲਾ ਦਾ ਰਸਤਾ ਦੱਸਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਮੈਂ ਬੜਾ ਵੱਡਾ ਇਹੋ ਜਿਹਾ ਵਾਂ ਕਿ ਮੇਰੇ ਕੋਲ ਇੰਨੇ ਜਿਹੜੇ ਨੇ ਜਿੰਨ ਨੇ, ਇਹ ਜਿਨ੍ਹਾਂ ਦੇ ਨਾਂ ਨੇ, ਇਹ ਮੈਂ ਆਪਣੇ ਕੋਲ ਰੱਖੇ ਨੇ, ਉਹਨਾਂ ਦੇ ਕਰਕੇ ਮੈਂ ਛਿਪਕਲੀਆਂ ਖਾਨਾ ਵਾਂ, ਲੋਕਾਂ ਦੇ ਯਾਨੀ ਕਿ ਗੰਗੀਆਂ ਤੋਂ ਲੱਥੇ ਹੋਏ ਵਾਲ ਖਾਨਾ ਵਾਂ, ਕੱਚੇ ਅੰਡੇ ਪੀ ਜਾਂਦਾ ਵਾਂ, ਮੈਂਡ ਖਾ ਜਾਂਦਾ ਵਾਂ। ਇਹ ਕੀ ਗੰਦਾ ਜਿਹਾ ਇਨਸਾਨ, ਜਾਦੂਗਰ ਤੇ ਹੋਏਗਾ ਗੰਦਾ ਇਨਸਾਨ, ਲੇਕਿਨ ਇੱਕ ਪੀਰ ਇਹੋ ਜਿਹੀ ਹਰਕਤ ਨਹੀਂ ਕਰ ਸਕਦਾ। ਮਿਰਜ਼ਾ ਮੁਹੰਮਦ ਇੰਜੀਨੀਅਰ ਜਿਹੜਾ ਵੇ ਉਹ ਸਾਰੀ ਜਿਹੜੀ ਦੀਨ ਦੀ ਤਾਲੀਮ ਦਿੰਦਾ ਨਾ, ਉਹ ਕੁਰਾਨ ਤੋਂ ਦਿੰਦਾ ਵੇ। ਜਿੰਨੇ ਤੇ ਕੁਰਾਨ ਪੜ੍ਹ ਲਿਆ ਨਾ, ਉਹਨੂੰ ਉਹਦੀਆਂ ਗੱਲਾਂ ਬਿਲਕੁਲ ਆਸਾਨੀ ਦੇ ਨਾਲ ਸਮਝ ਆ ਜਾਂਦੀਆਂ ਨੇ, ਕਿਉਂਕਿ ਉਹ ਕੁਰਾਨ ਤੋਂ ਹਟ ਕੇ ਕੋਈ ਗੱਲ ਨਹੀਂ ਕਰਦਾ, ਆਇਤਾਂ ਦੇ ਨਾਲ ਸਮਝਾਉਂਦਾ। ਇਹ ਕਿਹੜੇ ਦੀਨ ਦੇ ਵਿੱਚ ਫਿਰਦਾ ਪਿਆ ਵੇ ਜਿਹਦੇ ਵਿੱਚ ਮੈਂਡਕ ਵੀ ਖਾ ਸਕਦੇ ਜੇ, ਜਿਹਦੇ ਵਿੱਚ ਛਿਪਕਲੀਆਂ ਖਾ ਸਕਦੇ ਜੇ, ਜਿਹਦੇ ਵਿੱਚ ਤੁਸੀਂ ਇਹੋ ਜਿਹੀ ਗੰਦੀ ਚੀਜ਼ਾਂ ਖਾ ਸਕਦੇ ਜੇ। ਇਸ ਜੋਕਰ ਦੀਆਂ ਹਰਕਤਾਂ ਵੇਖੋ, ਇਹ ਕਿਆ ਇਸਲਾਮ ਦਾ ਹਿੱਸਾ ਨੇ? अल्लाहुम्मा इन्ना नस्तईनुका व नस्तगफिरुका व नु'मिनु। ਇਹਦੇ ਕੋਲ ਤੇ ਇੰਨੇ ਸਾਰੇ ਜਿੰਨ ਨੇ ਤੇ ਉਹਨਾਂ ਨੇ ਇਹਨੂੰ ਦੱਸਿਆ ਨਹੀਂ ਸੀ ਕਿ ਤੂੰ ਡਿੱਗਣ ਲਗਾਵੇਂ। ਇਹ ਜਿਨ੍ਹਾਂ ਦੇ ਨਾਂ ਸੁਣੋ ਇਹਦੇ ਕੋਲੋਂ। टिल्लू, अल्लाह रखा, अल्लाह कसम, काठा, वैशी और बख्तू। ਇਹ ਸਭ ਫਰਾਡ, ਝੂਠ ਤੇ ਇਸ ਭਾਈ ਦਾ ਐਸਾ ਟ੍ਰਿਕ ਕਿ ਲੋਕਾਂ ਨੂੰ ਜਿਹੜਾ ਆਪਣੀ ਤਰਫ ਕਰਨ ਵਾਸਤੇ ਹਰਕਤਾਂ ਕਰਦਾ ਪਿਆ ਵੇ। ਕੋਈ ਐਸਾ ਇਹਦੇ ਕੋਲ ਨਾ ਜਿੰਨ ਹੈ, ਨਾ ਕੋਈ ਪਰੀ ਹੈ, ਨਾ ਕੋਈ ਇਹਦੇ ਕੋਲ ਚੀਜ਼ ਹੈ, ਸਭ ਫਰਾਡ ਹੈ, ਝੂਠ ਹੈ ਜੋ ਇਹ ਬੋਲਣ ਦਿਆ ਵੇ। ਇਹ ਕਰਤੱਵ ਇਸਲਾਮ 'ਚ ਨਹੀਂ ਹੈਗੇ। ਇਹ ਜਿਹੜਾ ਨਾ ਸਰਕਸ 'ਚ ਕੰਮ ਕਰੇ, ਉੱਥੇ ਆਪਣੇ ਇਹੋ ਜਿਹੇ ਜਿਹੜੇ ਨੇ ਨਾ ਇਹ ਵਾਲੇ ਢੋਂਗ ਜਿਹੜੇ ਨਾ ਉੱਥੇ ਦਿਖਾਵੇ, ਕਰਤੱਵ ਜਿਹੜੇ ਨੇ ਨਾ ਸਰਕਸ 'ਚ ਵਹਾ ਕੇ ਨਾ ਤੇ ਲੋਕਾਂ ਨੂੰ ਇੰਪ੍ਰੈਸ ਕਰੇ। ਦੀਨ ਵਿੱਚ ਇਹਦੀ ਕੋਈ ਜਗ੍ਹਾ ਨਹੀਂ ਹੈਗੀ, ਦੀਨ 'ਚ ਇਹਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਇਹ ਜਿਹੜੀ ਖੁਰਾਫਾਤ ਬਕ ਰਿਹਾ ਨਾ, ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਅਤੇ ਉਹੋ ਜਿਹੇ ਲੋਕ ਜਿਹੜੇ ਇਹਦੇ ਪਿੱਛੇ ਸੁਭਾਨ ਅੱਲਾ ਅਤੇ ਮਾਸ਼ਾਅੱਲਾ ਇਹ ਵੀ ਨਾਂ ਲੈਂਦੇ ਨਾ, ਲਿੱਤਰ ਇਹਨਾਂ ਨੂੰ ਵੀ ਪੈਣਗੇ ਜਿਹੜੇ ਇਹਦੇ ਪਿੱਛੇ ਲੱਗ ਕੇ ਨਾ ਤੇ ਇਹੋ ਜਿਹੀਆਂ ਹਰਕਤਾਂ ਕਰਦੇ ਪਏ ਨੇ। ਕਿਉਂਕਿ ਦੀਨ ਦੇ ਵਿੱਚ ਤੇ ਸਿੱਧਾ ਸਿੱਧਾ ਦੱਸਿਆ ਗਿਆ, ਕੁਰਾਨ ਪਾਕ ਦੀ ਤਾਲੀਮ ਦਿੱਤੀ ਗਈ ਹੈ ਕਿ ਅੱਲਾ ਨੂੰ ਇੱਕ ਮੰਨੋ, ਅੱਲਾ ਦੀ ਮੰਨੋ ਅਤੇ ਉਹਦੇ ਨਬੀ ਦੇ ਰਸਤੇ 'ਤੇ ਚੱਲੋ। ਕਿ ਉਹਦੇ ਨਬੀ ਦੇ ਰਸਤੇ ਨੇ ਕੀ ਸਾਨੂੰ ਸਿਖਾਇਆ? ਇਹ ਛਿਪਕਲੀਆਂ ਖਾਣੀਆਂ ਸਿਖਾਈਆਂ ਸਨ। ਕੁਰਾਨ ਪਾਕ ਦੀ ਕੋਈ ਆਇਤ ਸੁਣੋ ਅਤੇ ਇਹਨੂੰ ਉਹ ਨਹੀਂ ਆਉਣੀ, ਇਹਨੂੰ ਤਾਂ ਮੇਰਾ ਖਿਆਲ ਹੈ ਇੱਕ ਤੋਂ ਦੂਜਾ ਕਲਮਾ ਵੀ ਨਹੀਂ ਆਉਂਦਾ ਹੋਣਾ, ਅਤੇ ਗੱਲਾਂ ਕਰਦਾ ਪਿਆ ਐਡੀਆਂ ਵੱਡੀਆਂ, ਦਾਅਵੇ ਕਰਦਾ ਪਿਆ ਕਿ ਬਾਬੇ ਤੇ ਕੋਈ ਸ਼ੈ ਹੀ ਨਹੀਂ, ਅਤੇ ਮੈਂ ਉਹ ਬਾਬਾ ਵਾਂ, ਮੈਂ ਜਿਹੜਾ ਇਹਨੂੰ ਕੀਲ ਲਾਂਗਾ ਅਤੇ ਹਸਾਰ ਕਰਾਂਗਾ। ਅਤੇ ਇਹ ਕੀ ਇਹਦਾ ਦੀਨ, ਇਹ ਕਿਹੜੇ ਦੀਨ 'ਤੇ ਚੱਲਣ ਦਿਆ ਵੇ? ਇਹ ਸੋਸ਼ਲ ਮੀਡੀਆ 'ਤੇ ਇਹ ਲੋਕ ਜਿਹੜੇ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਆਉਂਦੇ ਨੇ। ਅਤੇ ਮੇਰੇ ਨਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ ਕਿ ਬੜੇ ਬੜੇ ਫਿਤਨੇ ਉੱਠਣਗੇ ਕਿਆਮਤ ਤੋਂ ਪਹਿਲੇ ਨਾ, ਬੜੇ ਬੜੇ ਫਿਤਨੇ ਆਉਣਗੇ ਜਿਹੜੇ ਇਸਲਾਮ ਦੇ ਵਿੱਚ ਐਸੀਆਂ ਖੁਰਾਫਾਤ ਦੱਸਣਗੇ ਕਿ ਇਨਸਾਨਾਂ ਦੇ ਈਮਾਨ ਡੋਲ ਜਾਣਗੇ। ਅਤੇ ਲੇਕਿਨ ਜਿਹੜੇ ਕਾਮਿਲ ਈਮਾਨ ਵਾਲੇ ਹੋਣਗੇ ਨਾ, ਅੱਲਾ ਵਾਲੇ ਹੋਣਗੇ, ਉਹਨਾਂ ਨੂੰ ਪਤਾ ਹੋਏਗਾ ਕਿ ਇਹ ਸਭ ਡਰਾਮੇਬਾਜ਼ੀਆਂ ਨੇ, ਇਹ ਦੀਨ ਦਾ ਕੋਈ ਹਿੱਸਾ ਨਹੀਂ ਹੈਗਾ ਇਹਦੇ ਵਿੱਚ। ਗੈਬ ਦਾ ਇਲਮ ਤੇ ਮੇਰੇ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੀ ਗੈਬ ਦਾ ਇਲਮ ਨਹੀਂ ਸੀ ਹੁੰਦਾ। ਉਹਨਾਂ ਨੂੰ ਵੀ ਵਹੀ ਕਰਕੇ ਦੱਸਿਆ ਜਾਂਦਾ ਸੀ। ਅੱਲਾਹ ਤਾਲਾ ਦੀ ਤਰਫੋਂ ਵਹੀ ਲੈ ਕੇ ਹਜ਼ਰਤ ਜਿਬਰਾਈਲ ਅਲੈਹਿਸਸਲਾਮ ਆਉਂਦੇ ਸਨ ਅਤੇ ਉਹਨਾਂ ਨੂੰ ਅਗਲਾ ਕਦਮ ਜੋ ਉਹਨਾਂ ਨੇ ਚੁੱਕਣਾ ਹੁੰਦਾ ਸੀ ਉਹਦੇ ਬਾਰੇ 'ਚ ਦੱਸਦੇ ਸਨ ਕਿ ਅੱਲਾ ਦੀ ਤਰਫੋਂ ਇਹ ਪੈਗਾਮ ਹੈ ਅਤੇ ਇਹ ਕੰਮ ਤੁਸੀਂ ਕਰਨਾ ਹੈ। ਅਤੇ ਉਹ ਤਾਂ ਆਪਣੇ ਕੋਲੋਂ ਉਹ ਵੀ ਨਹੀਂ ਸਨ ਕੁਛ ਦੱਸ ਸਕਦੇ। ਇਹ ਕਿਹੜਾ ਪੀਰ ਹੈ ਜਿਹੜਾ ਕਹਿੰਦਾ ਜੀ ਮੈਂ ਤੁਹਾਨੂੰ ਦੱਸ ਦਿਆਂਗਾ ਆਉਣ ਵਾਲੇ
ਵਕਤ ਦਾ ਕਿ ਇਸ ਤਰ੍ਹਾਂ ਹੋ ਜਾਏਗਾ। ਜੇ ਫਿਰ ਕਹਿੰਦਾ ਜੀ ਅੱਲਾ ਦੀ ਮਦਦ ਦੇ ਨਾਲ ਇੰਝ ਹੋਵੇਗਾ। ਹਜ਼ਰਤ ਮੂਸਾ अलैहिस्सलाम रज़ी अल्लाह अनहा ਦੇ ਦੌਰ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ। ਜਦੋਂ ਫਿਰੌਨ ਨੇ ਹਜ਼ਰਤ ਮੂਸਾ अलैहिस्सलाम ਨੂੰ ਆਪਣੇ ਦਰਬਾਰ 'ਚ ਬੁਲਾਇਆ ਤੇ ਸਾਰੇ ਜਾਦੂਗਰਾਂ ਨੂੰ ਵੀ ਬੁਲਾ ਲਿੱਤਾ ਕਿ ਤੁਸੀਂ ਇਹਦੇ ਕੋਲ ਆ ਕੇ ਤੇ ਇਹਦੇ ਨਾਲ ਨਾ ਜਾਦੂ ਦਾ ਮੁਕਾਬਲਾ ਕਰੋ। ਤੇ ਜਦੋਂ ਉਹਨਾਂ ਨੇ ਆਏ ਤੇ ਉਹਨਾਂ ਨੇ ਆਪਣੀਆਂ ਰੱਸੀਆਂ ਸੁੱਟੀਆਂ ਤੇ ਲੋਕਾਂ ਦੀਆਂ ਨਜ਼ਰਾਂ ਤੇ ਜਾਦੂ ਕਰ ਦਿੱਤਾ। ਹੁਣ ਲੋਕਾਂ ਨੂੰ ਉਹ ਰੱਸੀਆਂ ਜਿਹੜੀਆਂ ਸਨ ਉਹ ਸੱਪਾਂ ਦੀ ਤਰ੍ਹਾਂ ਨਜ਼ਰ ਆਉਣ ਲੱਗ ਪਈਆਂ, ਜਿਵੇਂ ਸੱਪ ਰੀਂਗਦੇ ਨੇ ਇਸ ਤਰ੍ਹਾਂ ਉਹਨਾਂ ਨੂੰ ਲੱਗਾ ਕਿ ਜਿਵੇਂ ਸੱਪ ਰੀਂਗ ਰਹੇ ਨੇ, ਹਾਲਾਂਕਿ ਉਹ ਰੱਸੀਆਂ ਸਨ। ਤੇ ਅੱਲਾਹ ਤਾਲਾ ਨੇ ਹਜ਼ਰਤ ਮੂਸਾ अलैहिस्सलाम ਨੂੰ ਕਿਹਾ ਕਿ ਐ ਮੇਰੇ ਪੈਗੰਬਰ, ਐ ਮੇਰੇ ਨਬੀ, ਇਹ ਆਪਣਾ ਅਸਾ ਨੀਚੇ ਫੈਂਕੋ ਤਾਂ ਕਿ ਉਹ ਅਸਤਹਾ ਬਣੇ। ਤੇ ਆਪ ਨੇ ਐਸਾ ਹੀ ਕੀਤਾ ਤੇ ਉਹਨੂੰ ਜਦੋਂ ਸੁੱਟਿਆ ਤੇ ਉਹ ਇੱਕ ਬਹੁਤ ਵੱਡਾ ਅਸਤਹਾ ਬਣ ਗਿਆ ਤੇ ਉਹਨਾਂ ਦੀਆਂ ਰੱਸੀਆਂ ਨੂੰ ਨਿਕਲ ਗਿਆ। ਤੇ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਜਦੋਂ ਉਹਨਾਂ ਨੇ ਉਸ ਨੂੰ ਲਾਠੀ ਨੂੰ ਪਕੜਿਆ ਤੇ ਉਹ ਫਿਰ ਉਸੇ ਤਰ੍ਹਾਂ ਹੀ ਉਹਨਾਂ ਦਾ ਅਸਾ ਬਣ ਗਿਆ। ਤੇ ਜਾਦੂਗਰ ਜਿਹੜੇ ਸਨ ਉਹ ਖੌਫ ਦੇ ਨਾਲ ਉਹਨਾਂ ਦੇ ਅੱਗੇ ਯਾਨੀ ਕਿ ਨਾ ਗਿਰ ਪਏ ਸਜਦੇ ਦੇ ਵਿੱਚ ਤੇ ਕਿਹਾ ਕਿ ਅਸੀਂ ਮੂਸਾ ਦੇ ਅੱਲਾ ਦੇ ਉੱਤੇ ਈਮਾਨ ਲੈ ਕੇ ਆਉਂਦੇ ਹਾਂ। ਅੱਲਾਹ ਤਾਲਾ ਨੇ ਉਹਨਾਂ ਦੇ ਦਿਲ ਦਾ ਖੌਫ, ਉਹਨਾਂ ਦੇ ਦਿਲ ਦਾ ਆਜਜ਼ੀ ਵੇਖ ਲਿੱਤੀ ਹੋਣੀ ਹੈ, ਜਿਹੜਾ ਅੱਲਾ ਨੇ ਉਹਨਾਂ ਨੂੰ ਈਮਾਨ ਦੀ ਤਰਫ ਜਿਹੜਾ ਨਾ ਉਹਨਾਂ ਨੂੰ ਕਰ ਦਿੱਤਾ। ਵਰਨਾ ਤੇ ਉਹ ਸ਼ੈਤਾਨ ਦੇ ਸਾਥੀ ਬਣੇ ਸਨ, ਸ਼ੈਤਾਨ ਨਾਲ ਜੁੜੇ ਸਨ, ਕਿਉਂਕਿ ਫਿਰੌਨ ਇੱਕ ਬਹੁਤ ਵੱਡਾ ਸ਼ੈਤਾਨ ਸੀ ਆਪਣੇ ਦੌਰ ਦਾ। ਅੱਜ ਕੱਲ੍ਹ ਵੀ ਇਹ ਲੋਕ ਜਿਹੜੇ ਨੇ ਉਹਨਾਂ ਦੀ ਪੈਰਵੀ ਕਰਦੇ ਪਏ ਨੇ। ਇਹਨਾਂ ਨਾਲ ਅੱਲਾ ਦੀ ਮਦਦ ਨਹੀਂ ਹੁੰਦੀ, ਇਹਨਾਂ ਨਾਲ ਸ਼ੈਤਾਨ ਦੀ ਮਦਦ ਜ਼ਰੂਰ ਹੁੰਦੀ ਹੈ, ਕਿਉਂਕਿ ਸ਼ੈਤਾਨ ਨੇ ਖੁਦ ਵੀ ਜਹੰਨਮ 'ਚ ਜਾਣਾ ਹੈ ਤੇ ਉਹਨਾਂ ਨੇ ਇਹਨਾਂ ਦਾ ਐਸਾ ਆਪਣਾ ਟੋਲਾ ਵੀ ਲੈ ਕੇ ਜਾਣਾ ਜਿਹੜਾ ਇਹਨਾਂ ਦੇ ਪਿੱਛੇ ਲੱਗਦਾ ਹੈ। ਤੇ ਇਹਨਾਂ ਦੇ ਲੋਕਾਂ ਦੇ ਪਿੱਛੇ ਜਿਹੜੇ ਵਾਹ ਵਾਹ ਕਰਦੇ ਨੇ, ਮਾਸ਼ਾਅੱਲਾ ਕਰਦੇ ਨੇ, ਸੁਭਾਨ ਅੱਲਾ ਕਰਦੇ ਨੇ, ਉਹ ਵੀ ਇਹਨਾਂ ਦੇ ਨਾਲ ਜਹੰਨਮ 'ਚ ਜਾਣਗੇ। ਕਿਉਂਕਿ ਕੁਰਾਨ ਪਾਕ ਦੀ ਤਾਲੀਮ ਜਿਹੜੀ ਹੈ ਉਹ ਸਾਨੂੰ ਇਹ ਜਿਹੜੇ ਨਾ ਜਾਦੂ ਫਿਤਨੇ ਇਹ ਨਹੀਂ ਸਿਖਾਉਂਦੀ। ਈਮਾਨ ਅਗਰ ਜ਼ਿੰਦਾ ਹੈ ਸਾਡਾ ਤੇ ਸਾਡਾ ਕੁਰਾਨ ਪਾਕ ਸਾਨੂੰ ਦੀਨ ਦੀ ਇੰਨੀ ਕੁ ਅੱਛੀ ਤਾਲੀਮ ਦਿੰਦਾ ਵੇ। ਇਹ ਕੁਰਾਨ ਪਾਕ ਸਾਡੇ ਲਈ ਹਦਾਇਤ ਦੀ ਕਿਤਾਬ ਸੀ, ਇਹ ਨਾ ਕਿ ਇਹ ਜਾਦੂਗਰਾਂ ਦੇ ਜਿਹੜੇ ਨਾ ਜਾਦੂ ਦਿਖਾਉਣ ਦੇ ਕਰਤਬ ਦਿਖਾਉਣ ਵਾਲੀ ਕੋਈ ਕਿਤਾਬ ਹੈ। ਦੀਨ ਇਸਲਾਮ ਵਾਸਤੇ ਸਾਡੇ ਲਈ 5 ਵਕਤ ਦੀ ਨਮਾਜ਼ ਜ਼ਰੂਰੀ ਕਰ ਦਿੱਤੀ ਗਈ ਸੀ। ਮੇਰੇ ਅੱਲਾ ਨੇ ਸਾਡੇ 'ਤੇ ਫਰਜ਼ ਕਰ ਦਿੱਤੀ ਹੈ ਕਿ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਣਾ ਕਿ ਦਾਅਵੇ ਕਰਨ ਵਾਲਾ ਇਨਸਾਨ ਹਮੇਸ਼ਾ ਝੂਠਾ ਹੁੰਦਾ ਹੈ, ਔਰ ਇਹ ਇਨਸਾਨ ਨਹਾਇਤ ਹੀ ਝੂਠਾ ਹੈ ਵੇ। ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਨੇ ਕੁਰਾਨ ਪਾਕ ਦੀ ਤਾਲੀਮ ਹਾਸਲ ਕੀਤੀ। ਉਹਨਾਂ ਨੇ ਬੇਸ਼ੱਕ ਇੰਜੀਨੀਅਰਿੰਗ ਦਾ ਕੋਰਸ ਵੀ ਕੀਤਾ ਵੇ। ਇੰਜੀਨੀਅਰ ਬੰਦਾ ਕਿਆ ਅੱਲਾ ਦੀਆਂ ਗੱਲਾਂ ਨਹੀਂ ਦੱਸ ਸਕਦਾ। ਲੋਕ ਉਹਦਾ ਬੜਾ ਮਜ਼ਾਕ ਉਡਾਉਂਦੇ ਨੇ। ਨਬੀਆਂ, ਵਲੀਆਂ, ਪੈਗੰਬਰਾਂ ਦਾ ਵੀ ਮਜ਼ਾਕ ਉਡਾਇਆ ਗਿਆ, ਲੇਕਿਨ ਜਿਹੜੇ ਦੀਨੇ ਹੱਕ 'ਤੇ ਹੁੰਦੇ ਨੇ ਉਂਗਲੀ ਉਹਨਾਂ 'ਤੇ ਚੁੱਕੀ ਜਾਂਦੀ ਹੈ। ਤੇ ਕਹਿੰਦੇ ਨੇ ਨਾ ਕਿ ਹੱਕ ਸੱਚ ਵਾਲਾ ਜਿਹੜਾ ਹੁੰਦਾ ਨਾ ਬੰਦਾ, ਜਦੋਂ ਉਹਨੂੰ ਸਮਝੋ ਕਿ ਦੁਨੀਆ ਉਹਦੇ ਖਿਲਾਫ ਹੋ ਜਾਵੇ ਤੇ ਸਮਝੋ ਉਹ ਰਾਹੇ ਹੱਕ 'ਤੇ ਜਾ ਰਿਹਾ ਹੈ। ਇਸ ਕਰਕੇ ਉਹ ਰਾਹੇ ਹੱਕ 'ਤੇ ਵੇ, ਅੱਲਾ ਉਹਨਾਂ ਦਾ ਸਾਥ ਦੇਗਾ। ਤੇ ਲੇਕਿਨ ਇਹ ਇਨਸਾਨ ਦਾ ਜਿਹੜਾ ਨਾ ਸ਼ੈਤਾਨ ਦਾ ਪੈਰੋਕਾਰ ਹੈ, ਅੱਲਾ ਇਹਦਾ ਬਿਲਕੁਲ ਸਾਥ ਨਹੀਂ ਦੇਗਾ। ਤੁਸੀਂ ਲੋਕ ਜਿਹੜੇ ਇਹਨਾਂ ਦੀਆਂ ਆਈਡੀਆ ਨੂੰ ਜਿਹੜਾ ਨਾ ਲਾਈਕ ਕਰਕੇ ਇਹਨਾਂ ਨੂੰ ਜਿਹੜਾ ਨਾ ਫੋਲੋ ਕਰਦੇ ਜੇ, ਇਹ ਤੁਸੀਂ ਸਾਰੇ ਵੀ ਇਹਨਾਂ ਦੇ ਨਾਲ ਜਿਹੜੇ ਜੇ ਨਾ ਇਨਸ਼ਾਅੱਲਾ ਗਰਕ ਹੋਵੋਗੇ, ਕਿਉਂਕਿ ਝੂਠੇ ਦਾ ਸਾਥ ਦੇਣ ਵਾਲਾ ਵੀ ਝੂਠਾ ਹੀ ਹੁੰਦਾ ਵੇ। ਇਸ ਕਰਕੇ ਦੀਨ ਇਸਲਾਮ ਦਾ ਦਾਇਰੇ 'ਚ ਅਗਰ ਤੁਸੀਂ ਹੈ ਜੇ, ਅੱਲਾਹ ਤਾਲਾ ਤੁਹਾਨੂੰ ਤੌਫੀਕ ਦੇਵੇ ਤੇ ਹੱਕ ਸੱਚ ਦਾ ਸਾਥ ਦਿਓ। ਕਿਉਂਕਿ ਮਿਰਜ਼ਾ ਮੁਹੰਮਦ ਅਲੀ ਇੰਜੀਨੀਅਰ ਜਿਹੜੇ ਨੇ ਇੱਕ ਨਾਂ ਹੈ, ਇੱਕ ਬ੍ਰਾਂਡ ਹੈ, ਤੇ ਉਹ ਇਸਲਾਮ ਨੂੰ ਜਾਣਦਾ ਹੈ। ਉਹਨੂੰ ਪਤਾ ਹੈ ਕਿ ਮੈਂ ਦੀਨ ਦੀ ਗੱਲ ਜਿਹੜੀ ਹੈ ਉਹ ਆਪਣੇ ਕੋਲੋਂ ਨਹੀਂ ਕਰਨੀ। ਬੇਸ਼ੱਕ ਉਹਨਾਂ ਦਾ ਨਾਰਾ ਹੈ ਬਿਲਕੁਲ ਸਹੀ ਹੈ ਕਿ ਮੇਰੇ ਨਬੀ ਸਾਹ ਹੈ ਹੀ ਕੋਈ ਨਹੀਂ, ਤੇਰੇ ਬਾਬੇ ਤੇ ਸ਼ੈ ਹੀ ਕੋਈ ਨਹੀਂ। ਤੇ ਇਹ ਕਹਿੰਦਾ ਵੇ ਜੀ ਉਹ ਖੱਸੀ ਬਾਬੇ ਹੋਣਗੇ ਜਿਨ੍ਹਾਂ ਨੂੰ ਇਹ ਡਰਾਉਂਦੇ ਆਵੇ, ਤੇ ਮੈਂ ਅਸਲੀ ਬਾਬਾ ਵਾਂ ਤੇ ਮੈਂ ਨਹੀਂ ਡਰਦਾ ਹੈਗਾ। ਇਹ ਨਾਰਾ ਮਿਰਜ਼ਾ ਮੁਹੰਮਦ ਅਲੀ ਇੰਜੀਨੀਅਰ ਦਾ ਇਸ ਬਜ਼ੁਰਗ ਵਾਸਤੇ ਵੇ, ਇਸ ਪੀਰ ਵਾਸਤੇ, ਝੂਠੇ ਪੀਰ ਵਾਸਤੇ ਵੇ। ਵਰਨਾ ਤੇ ਜਿਹੜੇ ਦੂਸਰੇ ਔਲੀਆ ਇਕਰਾਮ ਗੁਜ਼ਰੇ ਨੇ, ਪੀਰ ਹਸਤੀਆਂ ਗੁਜ਼ਰੀਆਂ ਨੇ, ਉਹਨਾਂ ਨੇ ਦੀਨ ਨੂੰ ਫੈਲਾਉਣ 'ਚ ਬਹੁਤ ਜ਼ਿਆਦਾ ਜਿਹੜਾ ਨਾ ਕਿਰਦਾਰ ਅਦਾ ਕੀਤਾ। ਉਹਨਾਂ ਦੇ ਬਾਰੇ 'ਚ ਤੇ ਉਹਨਾਂ ਨੇ ਇਹ ਲਫ਼ਜ਼ ਨਹੀਂ ਕਹੇ, ਲੇਕਿਨ ਇਹ ਜਿਹੜੇ ਮੰਨਣ ਵਾਲੇ ਨਾ ਲੋਕੀ ਉਹਨਾਂ ਦੇ ਦਰਬਾਰਾਂ 'ਤੇ ਜਾ ਕੇ ਢੋਲ ਵਜਾਉਂਦੇ ਨੇ, ਉਹਨਾਂ ਦੀਆਂ ਕਬਰਾਂ ਨੂੰ ਪੂਜਦੇ ਨੇ, ਸ਼ਿਰਕ ਕਰਦੇ ਨੇ। ਜਿਨ੍ਹਾਂ ਕੰਮਾਂ ਤੋਂ ਅੱਲਾ ਨੇ ਰੋਕਿਆ ਵੇ ਉਹ ਕੰਮ ਕਰਦੇ ਨੇ ਉਹਨਾਂ ਦੀਆਂ ਕਬਰਾਂ 'ਤੇ ਜਾ ਕੇ, ਕਿਉਂਕਿ ਅੱਲਾਹ ਤਾਲਾ ਨੇ ਹਰ ਇੱਕ ਨੂੰ ਮਾफ़ ਕਰ ਦੇਣਾ, ਸ਼ਿਰਕ ਕਰਨ ਵਾਲੇ ਨੂੰ ਅੱਲਾ ਨੇ ਕਦੀ ਮਾफ़ ਨਹੀਂ ਕਰਨਾ। ਇੱਕ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਂਦੀ ਹਾਂ, ਯਕੀਨਨ ਤੁਹਾਡੇ ਦਿਲ 'ਤੇ ਅਸਰ ਕਰ ਦੇਗਾ
ਕਿ ਇੱਕ ਮਸਜਿਦ ਦੇ ਵਿੱਚ ਕਾਰੀ ਸਾਹਿਬ ਦੇ ਕੋਲ ਨਾ ਇੱਕ ਆਦਮੀ ਆਇਆ ਤੇ ਕਹਿੰਦਾ, ਕਾਰੀ ਸਾਹਿਬ ਮੈਨੂੰ ਦੱਸਣਾ ਕਿ ਲੋਕੀ ਕਹਿੰਦੇ ਨੇ ਕਿ ਸ਼ਿਰਕ ਨਾ ਕਰੋ, ਸ਼ਿਰਕ ਨਾ ਕਰੋ, ਤੇ ਸ਼ਿਰਕ ਹੁੰਦਾ ਕੀ ਹੈ, ਮੈਨੂੰ ਇਹ ਤਾਂ ਸਮਝਾਓ ਜ਼ਰਾ। ਉਹਨੇ ਕਿਹਾ, ਅੱਛਾ ਅੱਜ ਦੀ ਰਾਤ ਤੂੰ ਮੇਰੇ ਨਾ ਇੱਥੇ ਮਸਜਿਦ ਦੇ ਵਿੱਚ ਰਹਿ, ਤੇ ਸਵੇਰੇ ਮੈਂ ਜਦੋਂ ਦਰਸ ਦਿਆਂਗਾ ਤੇ ਤੈਨੂੰ ਅੱਛੀ ਤਰ੍ਹਾਂ ਪਤਾ ਚੱਲ ਜਾਏਗਾ, ਤਾਂ ਕਿ ਲੋਕਾਂ ਨੂੰ ਵੀ ਪਤਾ ਚੱਲ ਜਾਏ ਕਿ ਬਈ ਸ਼ਿਰਕ ਹੁੰਦਾ ਕੀ ਹੈ। ਹੁਣ ਉਹ ਬੰਦਾ ਜਿਹੜਾ ਨਾ ਉਹਨਾਂ ਦੇ ਉੱਥੇ ਸੌਂ ਗਿਆ। ਕਾਰੀ ਜਿਹੜਾ ਸੀ ਉਹਦਾ ਘਰ ਮਸਜਿਦ ਦੇ ਵਿੱਚ ਹੀ ਸੀ। ਉਹ ਜਾ ਕੇ ਕਾਰੀ ਨੇ ਆਪਣੀ ਬੀਵੀ ਨੂੰ ਕਿਹਾ ਕਿ ਬਈ ਐਸਾ ਭਲੀਏ 2-3 ਪਰਾਠੇ ਬਣਾ ਤੇ ਨਾਲ ਕੋਈ ਦੇਸੀ ਅੰਡੇ ਤੇ ਨਾਲ ਕੋਈ ਚਾਹ ਸੋਹਣੀ ਬੜੀ ਬਣਾ ਕੇ ਨਾ ਦੁੱਧ ਪੱਤੀ, ਤੇ ਜ਼ਰਾ ਮਹਿਮਾਨ ਇੱਕ ਆਇਆ ਤੇ ਉਹਦੇ ਵਾਸਤੇ ਦੇ। ਉਹਨੇ ਕਿਹਾ, ਖੈਰ ਐਡਾ ਕਿਹੜਾ ਖਾਸ ਮਹਿਮਾਨ ਹੈ ਜਿਹਨੂੰ ਇੰਨਾ ਕੁਛ ਮੈਂ ਬਣਾ ਕੇ ਦੇਵਾਂ। ਉਹਨੇ ਐਵੇਂ ਛੇੜਿਆ, ਉਹਨੇ ਕਿਹਾ ਕਿ ਵੀ ਉਹ ਮੇਰੇ ਲਈ ਰਿਸ਼ਤਾ ਲੈ ਕੇ ਆਇਆ ਵੇ, ਤੇ ਇੱਕ ਬੜੀ ਸੋਹਣੀ ਯਾਨੀ ਕਿ ਕੁੜੀ ਏ ਤੇ ਮਾੜੇ ਘਰ ਦੀ ਏ, ਉਹਦਾ ਮਾਂ ਪਿਓ ਨਹੀਂ ਹੈਗਾ, ਤੇ ਉਹ ਕਹਿੰਦਾ ਕਾਰੀ ਸਾਹਿਬ ਤੁਸੀਂ ਉਹਦੇ ਨਾਲ ਨਿਕਾਹ ਪੜਾ ਲਵੋ। ਉਹ ਬੁੱਢੀ ਸੁਣ ਕੇ ਨਾ ਤੇ ਉਹ ਤੇ ਹੋਰ ਗੁੱਸਾ ਚੜ੍ਹ ਗਿਆ ਕਿ ਇਹ ਜਿਹੜਾ ਵੇ ਮੇਰੇ ਯਾਨੀ ਕਿ ਨਾ ਬੰਦੇ ਵਾਸਤੇ ਰਿਸ਼ਤਾ ਲੈ ਕੇ ਆਇਆ ਤੇ ਮੈਂ ਇਹਨੂੰ ਪਰੌਂਠੇ ਪਕਾ ਕੇ ਦੇਵਾਂ। ਉਹਨੇ ਕਾਰੀ ਨੂੰ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਹੁਣ ਉਹਦੀ ਆਵਾਜ਼ ਜਿਹੜੀ ਹੈ ਨਾ ਉਸ ਮਹਿਮਾਨ ਤੱਕ ਵੀ ਪਹੁੰਚਦੀ ਪਈ ਹੈ। ਉਹ ਮਹਿਮਾਨ ਜਦੋਂ ਉਹਨੇ ਸਾਰੀ ਰਾਤ ਦੇਖਿਆ ਕਿ ਇਹ ਲੜਦੇ ਪਏ ਨੇ, ਇਹਨਾਂ ਦੀ ਆਵਾਜ਼ ਉਹਨੂੰ ਯਾਨੀ ਕਿ ਜਾਣਦੀ ਹੀ ਹੈ, ਤੇ ਇਹਨੇ ਨਾ ਦਿਨ ਚੜਿਆ ਤੇ ਇਹ ਕਹਿੰਦਾ, ਜੀ ਕਾਰੀ ਸਾਹਿਬ ਤੁਸੀਂ ਰਹਿਣ ਦਿਓ, ਨਾਸ਼ਤਾ ਨੁਸ਼ਤਾ ਜਿਹੜਾ ਨਾ ਰਹਿਣ ਦਿਓ, ਤੇ ਮੈਂ ਬਾਹਰ ਹਾਲ ਚੱਲਾਂ ਵਾ, ਤੇ ਮੈਨੂੰ ਸਾਰਾ ਪਤਾ ਚੱਲ ਗਿਆ ਕਿ ਸ਼ਿਰਕ ਕਿਹਨੂੰ ਕਹਿੰਦੇ ਨੇ। ਇੱਕ ਔਰਤ ਨੂੰ ਨਹੀਂ ਬਰਦਾਸ਼ਤ ਕਰ ਸਕਦੀ, ਤੇ ਅੱਲਾ ਆਪਣੇ ਨਾਲ ਕਿਸੇ ਹੋਰ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦਾ। ਯਾਨੀ ਕਿ ਅਸੀਂ ਇਨਸਾਨ ਜਿਹੜੇ ਆ ਇੱਕ ਦੂਸਰੇ ਦਾ ਸਾਥ ਜਿਹੜਾ ਹੈ ਜ਼ਿਆਦਾ ਉਹ ਨਹੀਂ ਕਿਸੇ ਦਾ ਬਰਦਾਸ਼ਤ ਕਰ ਸਕਦੇ, ਤੇ ਅੱਲਾ ਆਪਣੇ ਨਾਲ ਕਿਸ ਤਰ੍ਹਾਂ ਕਿਸੇ ਨੂੰ ਸ਼ਰੀਕ ਬਣਾ ਸਕਦਾ। ਤੇ ਇਸ ਕਰਕੇ ਸ਼ਿਰਕ ਕਰਨਾ ਜਿਹੜਾ ਨਾ ਉਹ ਅੱਲਾਹ ਤਾਲਾ ਨੂੰ ਨਹਾਇਤ ਨਾਪਸੰਦ ਹੈ ਕਿ ਤੁਸੀਂ ਅੱਲਾ ਦੀ ਜ਼ਾਤ ਦੇ ਨਾਲ ਉਹਦੀ ਹਸਤੀ ਨੂੰ ਲੈ ਆਵੋ, ਉਹਦੀ ਹਸਤੀ ਨੂੰ ਨਾਲ ਲਿਆ ਕੇ ਖਿਲਾਰ ਦਿਓ। ਯਕੀਨ ਕਰੋ ਕਈ ਐਸੀਆਂ ਮੈਂ ਕਹਿੰਦੀ ਹਾਂ ਰੀਲ ਵੇਖੀ ਦੀਆਂ ਨੇ, ਵੀਡੀਓ ਵੇਖੀ ਦੀਆਂ ਨੇ। ਖੈਰ ਮੈਂ ਤਾਂ ਦਰਬਾਰਾਂ 'ਤੇ ਨਹੀਂ ਜਾਂਦੀ, ਲੇਕਿਨ ਇੱਥੋਂ ਵੇਖ ਕੇ ਤੇ ਲੋਕਾਂ ਦੀ ਜਹਾਲਤ ਦਾ ਅੰਦਾਜ਼ਾ ਲਗਾ ਨਹੀਂ ਸਕਦੇ ਕਿ ਲੋਕੀ ਜਾ ਕੇ ਉਹਨਾਂ ਕਬਰਾਂ ਦੇ ਉੱਤੇ ਇੰਨੇ ਕੁ ਫੁੱਲ ਪਾਉਂਦੇ ਨੇ ਕਿ ਥੱਲਿਓਂ ਮਿੱਟੀ ਵੀ ਨਹੀਂ ਨਜ਼ਰ ਆਉਂਦੀ, ਤੇ ਐਡੀਆਂ ਐਡੀਆਂ ਉੱਚੀਆਂ ਕਬਰਾਂ, ਤੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਕੋਲੋਂ ਮੰਗਣਾ। ਕਬਰਾਂ ਦੇ ਜਿਹੜੇ ਅੰਦਰ ਚਲੇ ਗਏ ਨੇ ਉਹ ਵਫਾਤ ਪਾ ਕੇ ਹੀ ਅੰਦਰ ਗਏ ਨੇ, ਜ਼ਿੰਦਾ ਬਾਬਾ ਤੇ ਨਹੀਂ ਅਸੀਂ ਦੱਬ ਸਕਦੇ। ਜ਼ਾਹਰੀ ਬਾਤ ਹੈ ਫੌਤ ਹੋਇਆ, ਤੇ ਫੌਤ ਕਿਹਨੇ ਕੀਤਾ ਵੇ? ਅੱਲਾ ਨੇ ਕੀਤਾ ਨਾ। ਤੇ ਜਿਹੜਾ ਮਨੋਂ ਮਿੱਟੀ ਥੱਲੇ ਚਲਾ ਗਿਆ ਵੇ, ਇੱਕ ਸੁੱਤਾ ਹੋਇਆ ਇਨਸਾਨ ਹੈ ਨਾ, ਉਹਦੇ ਕੋਲ ਬਹਿ ਕੇ ਨਾ ਤੁਸੀਂ ਗੱਲਾਂ ਕਰਦੇ ਹੋਵੋ ਤੇ ਉਹ ਤੁਹਾਡੀਆਂ ਨਹੀਂ ਸੁਣ ਸਕਦਾ। ਜ਼ਮੀਨ ਤੋਂ ਉੱਤੇ ਹੋਵੇ, ਜ਼ਿੰਦਾ ਵੀ ਹੋਵੇ, ਸੁੱਤਾ ਹੋਵੇ ਤੇ ਤੁਹਾਡੀਆਂ ਗੱਲਾਂ ਨਹੀਂ ਸੁਣ ਸਕਦਾ। ਤੇ ਜਿਹੜਾ ਮਨੋਂ ਮਿੱਟੀ ਥੱਲੇ ਚਲਾ ਗਿਆ ਵੇ ਉਹ ਤੁਹਾਡੀਆਂ ਗੱਲਾਂ ਕਿਵੇਂ ਸੁਣੇਗਾ? ਖੁਦਾ ਦਾ ਵਾਸਤਾ ਜੇ ਆਪਣੇ ਆਪ ਨੂੰ ਇਸ ਸ਼ਿਰਕ ਤੋਂ ਕੱਢੋ, ਤੇ ਅੱਲਾ ਵਾਹਦੋ ਲਾ ਸ਼ਰੀਕ ਨੂੰ ਸਿਰਫ ਯਕੀਨ ਕਰੋ ਸਜਦਾ ਉਹਨੂੰ ਲਾਇਕ ਕਰਦਾ, ਉਹ ਸਜਦੇ ਦੇ ਲਾਇਕ ਹੈ। ਉਹ ਵਾਹਦੋ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ। ਜਿਹੜਾ ਉਹਦੇ ਨਾਲ ਉਹ ਸ਼ਰੀਕ ਬਣਾਉਂਦਾ ਹੈ ਨਾ, ਅੱਲਾ ਨੂੰ ਉਹ ਫਿਰ ਬੜਾ ਹੀ ਬੁਰਾ ਲੱਗਦਾ। ਅੱਲਾ ਨੂੰ ਬਹੁਤ ਹੀ ਬੁਰਾ ਲੱਗਦਾ ਉਹਦੇ ਨਾਲ ਕੋਈ ਸ਼ਰੀਕ ਬਣਾਵੋ। ਇਸ ਕਰਕੇ ਕਿਉਂਕਿ ਅੱਲਾ ਜ਼ਿੰਦਾ ਵੇ, ਉਹ ਵਾਹਦੋ ਲਾ ਸ਼ਰੀਕ ਹੈ। ਉਹ ਤੁਹਾਡੀ ਉੱਥੇ ਵੀ ਸੁਣਦਾ ਜਿੱਥੇ ਤੁਹਾਡਾ ਕੋਈ ਨਹੀਂ ਸੁਣਦਾ। ਉਹ ਤੁਹਾਡਾ ਗੈਬ ਵੀ ਜਾਣਦਾ, ਤੁਹਾਡਾ ਜ਼ਾਹਿਰ ਵੀ ਜਾਣਦਾ। ਇਸ ਕਰਕੇ ਉਸ ਅੱਲਾ ਦੇ ਕੋਲੋਂ ਮੰਗੋ, ਉਸ ਅੱਲਾ ਦੇ ਅੱਗੇ ਝੁਕੋ, ਉਸ ਅੱਲਾ ਨੂੰ ਵਾਹਦੋ ਲਾ ਸ਼ਰੀਕ ਮੰਨੋ। ਇਹੋ ਜਿਹੇ ਜਿਹੜੇ ਫਿਤਨੇ ਨੇ ਇਹ ਬਹੁਤ ਉੱਠਣੇ ਨੇ। ਅੱਗੋਂ ਇੱਕ ਦਜਾਲ ਨੇ ਆਉਣਾ, ਕਾਣੇ ਦਜਾਲ ਨੇ ਆਉਣਾ, ਤੇ ਉਹਨੇ ਵੀ ਕਹਿਣਾ ਮੈਂ ਰੱਬ ਹਾਂ, ਮੈਂ ਦੁਨੀਆ ਦੇ ਉੱਤੇ ਜੰਨਤ ਵੀ ਬਣਾ ਸਕਣਾ, ਦੋਜ਼ਖ ਵੀ ਬਣਾ ਸਕਣਾ। ਜਿਹਨੂੰ ਮਾਰੇਗਾ ਤੇ ਕਹੇਗਾ ਵੇਖੋ ਮੈਂ ਆਪਣੇ ਹੁਕਮ ਨਾਲ ਉਹਨੂੰ ਮਾਰ ਦਿੱਤਾ, ਜਿਹਨੂੰ ਕਿਸੇ ਨੂੰ ਬਖਸ਼ ਦੇਗਾ ਤੇ ਕਹੇਗਾ ਵੇਖੋ ਮੈਂ ਉਹਨੂੰ ਬਖਸ਼ ਦਿੱਤਾ ਹੈ। ਤੇ ਜਿਹੜੇ ਕਮਜ਼ੋਰ ਈਮਾਨ ਵਾਲੇ ਹੋਣਗੇ ਉਹ ਉਹਨੂੰ ਰੱਬ ਮੰਨਣਗੇ, ਤੇ ਜਿਹੜੇ ਪੱਕੇ ਈਮਾਨ ਵਾਲੇ ਹੋਣਗੇ ਉਹ ਹਜ਼ਰਤ ਸੁਮਈਆ ਦੀ ਤਰ੍ਹਾਂ ਹੋਣਗੇ। ਜਿਵੇਂ ਹਜ਼ਰਤ ਸੁਮਈਆ ਅਲੈਹਿਸਲਾਮ ਨੂੰ ਅਬੂ ਜਹਲ ਦੇ ਦੌਰ ਦੇ ਵਿੱਚ ਇੱਕ ਲੱਤ ਇੱਕ ਊਂਠ ਨਾਲ ਬੰਨ੍ਹ ਕੇ ਤੇ ਦੂਸਰੀ ਲੱਤ ਦੂਸਰੇ ਊਂਠ ਨਾਲ ਬੰਨ੍ਹ ਕੇ ਤੇ ਵਿੱਚ ਘਰੋਂ ਚੀਰ ਦਿੱਤਾ ਗਿਆ ਸੀ, ਤੇ ਲੇਕਿਨ ਉਹ ਈਮਾਨ ਤੋਂ ਡੋਲੇ ਨਹੀਂ ਸਨ। ਉਹਨਾਂ ਨੇ ਕਿਹਾ ਸੀ ਕਿ ਮੇਰਾ ਅੱਲਾ ਇੱਕ ਹੈ ਤੇ ਮੈਂ ਵਾਹਦੋ ਲਾ ਸ਼ਰੀਕ ਅੱਲਾ ਨੂੰ ਮੰਨਣ ਵਾਲੀ ਹਾਂ। ਇਸੇ ਤਰ੍ਹਾਂ ਫਿਰੌਨ ਦੀ ਬੀਵੀ ਹਜ਼ਰਤ ਬੀਬੀ ਆਸੀਆ ਜਿਹੜੇ ਸਨ ਰਜ਼ੀ ਅੱਲਾ ਅਨਹਾ, ਉਹਨਾਂ ਦੇ ਨਾਲ ਵੀ ਫਿਰੌਨ ਨੇ ਐਸਾ ਸਲੂਕ ਕੀਤਾ ਕਿ ਉਹਨਾਂ ਦੇ ਹੱਥ ਦੇ ਵਿੱਚ ਮੇਹਾਂ ਗਾੜ ਦਿੱਤੀਆਂ ਗਈਆਂ,
ਤਾਂ ਕਿ ਇਹ ਕੱਲਾ ਨੂੰ ਮੰਨਣ ਤੋਂ ਇਹ ਬਾਜ਼ ਆ ਜਾਏ। ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਮਰ ਜਾਵਾਂਗੀ ਲੇਕਿਨ ਆਪਣੇ ਅੱਲਾ ਦੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਬਣਾਵਾਂਗੀ ਤੇ ਆਪਣੇ ਅੱਲਾ ਦੇ ਅੱਗੇ ਝੁਕਾਂਗੀ। ਤੇ ਉਹਨਾਂ ਨੇ ਵੀ ਆਪਣੇ ਨਾਲ ਇਸ ਤਰ੍ਹਾਂ ਉਹਨਾਂ ਦੇ ਨਾਲ ਸਲੂਕ ਹੋਇਆ, ਲੇਕਿਨ ਉਹਨਾਂ ਨੇ ਅੱਲਾ ਦਾ ਡਰ ਨਹੀਂ ਛੱਡਿਆ। ਤੇ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਵੇਖ ਕੇ ਇਹਨਾਂ ਲੋਕਾਂ ਨੂੰ ਲਾਈਕ ਕਰਦੇ ਜੇ, ਇਹਨਾਂ ਲੋਕਾਂ ਨੂੰ ਫੋਲੋ ਕਰਦੇ ਜੇ, ਇਹਨਾਂ ਲੋਕਾਂ ਨੂੰ ਦਿਲ ਭੇਜਦੇ ਜੇ ਤਾਂ ਤੁਸੀਂ ਵੀ ਇਹਨਾਂ ਵਰਗੇ ਅੰਜਾਮ ਦੇ ਨਾਲ ਉਠੋਗੇ। ਅਗਰ ਇਹਨਾਂ ਦਾ ਅੰਜਾਮ ਦੁਨੀਆ ਤੇ ਭੈੜਾ ਹੋਏਗਾ ਤੇ ਤੁਹਾਡਾ ਵੀ ਨਾਲ ਇਹਨਾਂ ਦੇ ਆਖਰਤ 'ਚ ਭੈੜਾ ਹੋਏਗਾ, ਕਿਉਂਕਿ ਦੀਨ ਹੱਕ ਤੋਂ ਇਹ ਲੋਕ ਤੁਹਾਨੂੰ ਭਟਕਾ ਰਹੇ ਨੇ, ਤੁਹਾਨੂੰ ਇਹ ਦੀਨ ਤੋਂ ਹਟਾ ਰਹੇ ਨੇ। ਇਸ ਤਰ੍ਹਾਂ ਦੇ ਸ਼ੋਭਦਾਬਾਜ਼ ਜਿਹੜੇ ਨੇ ਨਾ, ਇਹ ਮਦਾਰੀ, ਇਹ ਕਰਤੱਵ ਕਰਨ ਵਾਲੇ ਜਿਹੜੇ ਨਾ, ਇਹ ਸਰਕਸ ਦੇ ਵਿੱਚ ਹੀ ਸੱਜਦੇ ਨੇ, ਜਿੱਥੇ ਸ਼ੇਰ ਨੂੰ ਸੋਟੀ ਦੇ ਨਾਲ ਅਗਲੇ ਜਿਹੜੇ ਨੇ ਨਾ ਉਹ ਇਨਸਾਨਾਂ ਦੇ ਅੱਗੇ ਝੁਕਾ ਸਕਦੇ ਨੇ। ਇਹ ਲੋਕ ਵੀ ਇਸੇ ਤਰ੍ਹਾਂ ਹੀ ਤੁਹਾਨੂੰ ਆਪਣੇ ਹੱਥਾਂ ਦੀਆਂ ਮੈਜਿਕ ਵਹਾਉਂਦੇ ਨੇ, ਚੀਜ਼ਾਂ ਨੂੰ ਗੁੰਮ ਕਰ ਦਿੰਦੇ ਨੇ, ਕਬੂਤਰ ਕੱਢ ਦਿੰਦੇ ਨੇ, ਜੰਗਲੇ ਦੇ ਵਿੱਚੋਂ ਖਾਲੀ ਹੱਥ ਪਾਉਂਦੇ ਨੇ ਤੇ ਬਿੱਲੀ ਕੱਢ ਲੈਂਦੇ ਨੇ। ਇਹ ਇਸ ਤਰ੍ਹਾਂ ਦੇ ਇਨਸਾਨ ਨੇ। ਵਰਨਾ ਹਜ਼ਰਤ ਸੁਲੇਮਾਨ अलैहिस्सलाम ਦੇ ਕੋਲ ਜਿੰਨਾਤ ਦੇ ਯਾਨੀ ਕਿ ਨਾ ਹੁਕਮਰਾਨੀ ਸੀ, ਉਹ ਜਿੰਨਾਤ ਦੇ ਹੁਕਮਰਾਨ ਸਨ ਤੇ ਉਹਨਾਂ ਨੇ ਇਹਨੇ ਨਾਂ ਤੇ ਉਹਨਾਂ ਨੇ ਵੀ ਨਹੀਂ ਸਨ ਰੱਖੇ, ਜਿੰਨੇ ਇਹ ਦੱਸਣ ਦੇ ਆ ਕਿ ਮੈਂ ਉਹਨਾਂ ਦੇ ਨਾਂ ਰੱਖੇ ਨੇ ਤੇ ਮੈਂ ਇਸ ਤਰ੍ਹਾਂ ਤੇ ਮੈਂ ਇਸ ਤਰ੍ਹਾਂ। ਅਗਰ ਇਹ ਜਿੰਨਾਤ ਇਹਦੇ ਕੋਲ ਹੋਣ ਤੇ ਇਹ ਤੇ ਸਾਰਾ ਆਪਣੇ ਖਜ਼ਾਨੇ ਜਿਹੜੇ ਨੇ ਉਹ ਲੁੱਟ ਲਵੇ, ਇਹ ਤੇ ਸਮੁੰਦਰਾਂ 'ਚੋਂ ਖਜ਼ਾਨੇ ਕਢਾ ਲਵੇ, ਇਹ ਤੇ ਲੋਕਾਂ ਦੇ ਬੈਂਕਾਂ ਦੇ ਵਿੱਚੋਂ ਜਿਹੜਾ ਪੈਸੇ ਕਢਾ ਲਵੇ। ਤੇ ਇਹ ਸਸਤੀ ਸ਼ੋਹਰਤ ਵਾਸਤੇ ਇੱਥੇ ਇੱਕ ਵਿਊਜ਼ ਲੈਣ ਵਾਸਤੇ ਤਰਲੇ ਲੈਂਦੇ ਆਵੇ। ਤੇ ਇਹ ਕਿੱਥੋਂ ਦਾ ਜਿਹੜਾ ਵੇ ਇਹਦੇ ਕੋਲ ਜਿੰਨ ਹੈਗੇ ਨੇ, ਇਹ ਤੇ ਆਪ ਸ਼ੈਤਾਨ ਇਨਸਾਨ ਲੱਗਣ ਦੇ ਆਵੇ। ਇਹਦੀ ਤੇ ਕਿਸੇ ਇੱਕ ਗੱਲ ਨੂੰ ਦਿਲ ਮੰਨਣ ਹੀ ਨਹੀਂ ਦਿਆ ਕਿ ਇਹ ਇਨਸਾਨ ਸੱਚਾ ਹੋ ਸਕਦਾ। ਤੇ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਨੂੰ ਮੈਂ ਇਹਨਾਂ ਦੀਆਂ ਬਹੁਤ ਜ਼ਿਆਦਾ ਵੀਡੀਓ ਦੇਖੀਆਂ। ਇਹਨਾਂ ਨੇ ਹਰ ਚੀਜ਼ ਦਾ, ਹਰ ਹਦੀਸ ਦਾ ਹਵਾਲਾ ਦਿੱਤਾ, ਹਵਾਲਾ ਨੰਬਰ ਦਿੱਤਾ। ਅਗਰ ਕਿਸੇ ਨੂੰ ਸ਼ੱਕ ਪੈਂਦਾ ਹੈ ਤਾਂ ਉਹ ਖੁਦ ਮੁਤਾਲਿਆ ਕਰੇ, ਉਹ ਖੁਦ ਜਾਵੇ, ਉਹਦਾ ਮੁਤਾਲਿਆ ਕਰੇ, ਪੜ੍ਹੇ ਆਇਆ ਕਿਆ ਇਹਨਾਂ ਨੇ ਆਇਤਾਂ ਗਲਤ ਪੜ੍ਹੀਆਂ ਨੇ, ਕਿਆ ਇਹਨਾਂ ਨੇ ਆਪਣੇ ਕੋਲੋਂ ਗੱਲ ਕੀਤੀ ਹੈ ਕਿ ਸਹੀ ਇਹ ਕੁਰਾਨ ਪਾਕ ਦੇ ਵਿੱਚ ਵੀ ਇਸ ਤਰ੍ਹਾਂ ਹੀ ਲਿਖਿਆ ਹੋਵੇ। ਸਾਨੂੰ ਚਾਹੀਦਾ ਹੈ ਕਿ ਕੁਰਾਨ ਪਾਕ ਦਾ ਮੁਤਾਲਿਆ ਕਰੀਏ, ਸਾਨੂੰ ਚਾਹੀਦਾ ਹੈ ਕਿ ਕੁਰਾਨ ਪਾਕ ਨੂੰ ਤਰਜਮੇ ਨਾਲ ਪੜ੍ਹੀਏ। ਸਾਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਦੀਆਂ ਗੱਲਾਂ ਪਿੱਛੇ ਲੱਗਣ ਦੀ ਬਜਾਏ ਅਸੀਂ ਖੁਦ ਉਹਨਾਂ ਚੀਜ਼ਾਂ ਨੂੰ ਪੜ੍ਹੀਏ। ਗੈਰ ਮੁਸਲਿਮ ਯਕੀਨ ਕਰੋ ਸਾਡੀਆਂ ਕਿਤਾਬਾਂ ਤੋਂ ਫ਼ਾਇਦਾ ਚੁੱਕਦੇ ਪਏ ਨੇ। ਸਾਡੇ ਕੁਰਾਨ ਪਾਕ ਤੋਂ ਉਹ ਲੋਕਾਂ ਨੇ ਜਿਹੜਾ ਤਰੱਕੀ ਇੱਥੋਂ ਤੱਕ ਕਰ ਲਿੱਤੀ ਹੈ ਕਿ ਉਹ ਚੰਦ 'ਤੇ ਵੀ ਪਹੁੰਚ ਗਏ। ਉਹਨਾਂ ਨੇ ਜ਼ਮੀਨ ਦੇ ਜ਼ਰਰੇ ਦੇ ਉੱਤੋਂ ਫ਼ਾਇਦਾ ਚੁੱਕਿਆ। ਉਹਨਾਂ ਨੇ ਅੱਲਾਹ ਤਾਲਾ ਦੇ ਅਹਿਕਾਮ ਜਿਹੜੇ ਸਾਨੂੰ ਮੰਨਣੇ ਚਾਹੀਦੇ ਸਨ ਮੁਸਲਮਾਨਾਂ ਨੂੰ, ਉਹ ਗੈਰ ਮੁਸਲਮਾਨ ਨੇ ਮੰਨੇ ਨੇ। ਗੈਰ ਮੁਸਲਿਮ ਸਾਡੀਆਂ ਵੀਡੀਓ ਵੇਖ ਕੇ ਤੇ ਕੀ ਸੋਚਦੇ ਹੋਣਗੇ ਕਿ ਕਿਹੋ ਜਿਹੇ ਮੁਸਲਮਾਨ ਨੇ। ਇਹ ਮੁਸਲਮਾਨ ਨੇ ਕਿ ਤਮਾਸ਼ੇਗੀਰ ਨੇ, ਤਮਾਸ਼ੇ ਲਾਉਣ ਵਾਲੇ ਇਨਸਾਨ ਨੇ। ਸਾਡੇ ਇਸਲਾਮ 'ਚ ਯਕੀਨ ਕਰੋ ਐਸੀ ਕੋਈ ਗੱਲ ਨਹੀਂ ਹੈਗੀ। ਕੁਰਾਨ ਪਾਕ ਨੂੰ ਪੜ੍ਹ ਕੇ ਤੇ ਵੇਖੋ, ਸਮਝ ਕੇ ਪੜ੍ਹੋਗੇ ਤੇ ਤੁਹਾਨੂੰ ਸਮਝ ਆਵੇਗੀ। ਇਹੋ ਜਿਹੇ ਇਨਸਾਨਾਂ ਨੂੰ ਤੁਸੀਂ ਖੁਦ ਛੱਡ ਦੇਵੋਗੇ। ਜਿਸ ਦਿਨ ਤੁਸੀਂ ਕੁਰਾਨ ਪਾਕ ਨੂੰ ਸਮਝ ਕੇ ਪੜ੍ਹ ਲਿੱਤਾ ਨਾ, ਤੇ ਇਹ ਲੋਕ ਤੁਹਾਨੂੰ ਮਜ਼ਦੂਰਾਂ ਦੇ ਮਗਰ ਨਾ ਦਿਹਾੜੀ ਲਾਉਂਦੇ ਨਜ਼ਰ ਆਉਣਗੇ। ਇਸੇ ਤਰ੍ਹਾਂ ਹੀ ਸ਼ੂਫ ਵਾਲੀ ਸਰਕਾਰ ਜਿਹੜੀ ਲੋਕਾਂ ਨੂੰ ਉਹਨੇ ਵੀ ਅੱਜ ਤੱਕ ਪਾਗਲ ਹੀ ਬਣਾਇਆ ਹੈ। ਉਹ ਜੀ ਲੋਕਾਂ ਨੂੰ ਇੰਨੇ ਕੁ ਲੋਕੀ ਬਿਮਾਰ ਆਉਂਦੇ ਨੇ ਤੇ ਇਹ ਇੱਕ ਸ਼ੂਫ ਮਾਰਦਾ ਹੈ ਤੇ ਲੋਕੀ ਠੀਕ ਹੋ ਜਾਂਦੇ ਨੇ। ਇਹ ਵੀ ਐਡਾ ਕੁ ਵੱਡਾ ਡਰਾਮਾ, ਐਡੀ ਵੱਡੀ ਫਿਲਮ ਹੈ ਇਹ ਬੰਦਾ ਵੀ ਕਿ ਸਮਝੋ ਬਾਹਰ ਹੈਗਾ ਵੇ। ਇਹਨਾਂ 'ਤੇ ਮੈਂ ਤਾਂ ਕਹਿੰਦੀ ਹਾਂ ਕੜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਜਿਹੜੇ ਦੀਨ ਦਾ ਮਜ਼ਾਕ ਬਣਾਉਂਦੇ ਨੇ, ਜਿਹੜੀ ਦੀਨ 'ਚ ਇਸਲਾਮ 'ਚ ਗੱਲ ਹੀ ਨਹੀਂ ਹੈ, ਇਹ ਉਹ ਕੰਮ ਕਰਦੇ ਨੇ। ਅੱਲਾ ਦੇ ਘਰਾਂ ਤੱਕ ਇਹ ਲੋਕ ਹੋ ਆਉਂਦੇ ਨੇ, ਫਿਰ ਵੀ ਆਪਣੇ ਅਕੀਦੇ ਖ਼ਰਾਬ ਰੱਖਦੇ ਨੇ। ਕਿਉਂਕਿ ਅੱਲਾ ਦੇ ਘਰ ਤੱਕ ਜਦੋਂ ਚਲੇ ਜਾਂਦੇ ਨੇ ਨਾ, ਤੇ ਪਤਾ ਕੀ ਆ ਕੇ ਕਹਿਣਗੇ, ਉੱਥੇ ਤੇ ਸਾਰੇ ਹਵਾਬੀ ਨੇ। ਤੇ ਜਿੱਥੇ ਜਿਸ ਤਰ੍ਹਾਂ ਦਾ ਅੱਲਾਹ ਤਾਲਾ ਦੇ ਨਬੀ ਨੇ ਛੱਡਿਆ ਸੀ, ਅਗਰ ਉਹ ਉਸੇ ਤਰ੍ਹਾਂ ਹੀ ਚੱਲਦਾ ਆਉਂਦਿਆ ਹੋਵੇ ਤੇ ਸਾਨੂੰ ਸਾਰਿਆਂ ਨੂੰ ਉਹਦੇ 'ਤੇ ਅਮਲ ਕਰਨਾ ਕਿਉਂ ਮੁਸ਼ਕਿਲ ਲੱਗਦਾ ਪਿਆ ਵੇ। ਅੱਲਾ ਦਾ ਘਰ ਵੇਖ ਕੇ ਆ ਕੇ ਵੀ ਦਰਬਾਰਾਂ 'ਤੇ ਜਾਣਾ, ਗੈਰੁੱਲਾ ਕੋਲ ਮੰਗਣਾ, ਇਹੋ ਜਿਹੀਆਂ ਪੀਰਾਂ ਫਕੀਰਾਂ ਨੂੰ ਸਪੋਰਟ ਕਰਨਾ ਜਿਹੜੇ ਕਿ ਦੀਨ ਦੇ ਨਾਮ ਦੇ ਉੱਤੇ ਦਬਾ ਨੇ ਤੇ ਜਿਹੜੇ ਆਪਣੇ ਇਹ ਮੈਜਿਕ ਵਹਾ ਕੇ ਤੁਹਾਨੂੰ ਲੋਕਾਂ ਨੂੰ ਠੀਕ ਕਰਦੇ ਨੇ। ਕਿਆ ਇਸਲਾਮ ਦੇ ਵਿੱਚ ਮੇਰੇ ਨਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਜਿੰਨੇ ਸੁਬਹ ਤੇ ਸ਼ਾਮ ਤੇ ਅਜ਼ਕਾਰ ਪੜ੍ਹ ਲਿੱਤੇ, ਅੱਲਾਹ ਤਾਲਾ ਉਹਨੂੰ ਆਪਣੀ ਹਿਫਾਜ਼ਤ 'ਚ ਰੱਖਦਾ ਵੇ। ਅਸੀਂ ਲੋਕ ਅੱਜ ਸਾਨੂੰ ਕੋਈ ਇਸ ਤਰ੍ਹਾਂ ਦਾ ਮਸਲਾ ਹੋ ਜਾਵੇ ਨਾ,
ਤੇ ਸਾਨੂੰ ਬਾਬੇ ਪੀਰ ਫਕੀਰ ਬਹੁਤੇ ਨੇੜੇ ਨਜ਼ਰ ਆਉਂਦੇ ਨੇ, ਅੱਲਾ ਦੂਰ ਪੈਂਦਾ ਵੇ। ਹਾਲਾਂਕਿ ਵਜ਼ੂ ਕਰੀਏ ਤੇ ਜਾਨਮਾਜ਼ ਵਿਛਾਈਏ ਨਾ ਤੇ ਯਕੀਨ ਕਰੋ ਅੱਲਾ ਸਾਡੇ ਨਜ਼ਦੀਕ ਹੈ। ਇਹਨਾਂ ਦੇ ਕੋਲ ਅਸੀਂ ਕਿਰਾਇਆ ਖਰਚ ਕਰਕੇ ਜਾ ਕੇ ਤੇ ਇਹਨਾਂ ਨੂੰ ਪੈਸੇ ਦੇ ਕੇ ਤੇ ਫਿਰ ਅਸੀਂ ਲੋਕ ਮੁਤਮਿਨ ਹੋ ਜਾਂਦੇ ਹਾਂ ਤੇ ਘਰ ਆ ਜਾਂਦੇ ਹਾਂ। ਇਹ ਤੁਹਾਡੇ ਕੋਲੋਂ ਮੰਗਦੇ ਨੇ ਤੇ ਤੁਸੀਂ ਅੱਲਾ ਕੋਲੋਂ ਮੰਗਦੇ ਜੇ ਹੈਂ। ਇਹਨਾਂ ਲੋਕਾਂ ਦਾ ਇਹ ਅਕੀਦਾ ਹੈ। ਇਹਨਾਂ ਨੇ ਤੁਹਾਡੇ ਪੈਸਿਆਂ ਤੋਂ ਆਪਣੀਆਂ ਕੋਠੀਆਂ ਬਣਾ ਲਿੱਤੀਆਂ, ਗੱਡੀਆਂ ਲਿੱਤੀਆਂ, ਲਗਜ਼ਰੀ ਲਾਈਫ ਗੁਜ਼ਾਰ ਰਹੇ ਨੇ ਤੇ ਲੇਕਿਨ ਇਹਨਾਂ ਦੀਆਂ ਦੁਆਵਾਂ ਦੇ ਨਾਲ ਨਾ ਤੁਹਾਡੇ ਕੋਲ ਇੱਕ ਜਿਹੜੀ ਸਾਈਕਲ ਵੀ ਸੀ ਨਾ ਉਹ ਵੀ ਚਲੀ ਗਈ ਹੈ, ਉਹ ਵੀ ਤੁਹਾਡੇ ਕੋਲੋਂ ਇਹਨਾਂ ਨੇ ਖੋਹ ਲਿੱਤੀ ਹੈ। ਕਿਉਂਕਿ ਤੁਸੀਂ ਉਹਨਾਂ ਦੇ ਨਜ਼ਰਾਨੇ ਹੀ ਪੂਰੇ ਕਰਦੇ ਜਿਹੜੇ ਨਾ ਇੰਝ ਮਰ ਜਾਣਾ। ਤੁਸੀਂ ਇਸਲਾਮ ਨੂੰ ਸਮਝਣਾ ਨਹੀਂ ਹੈਗਾ। ਇਹ ਲੋਕ ਸਿਰਫ ਤੁਹਾਨੂੰ ਦੀਨ ਤੋਂ ਭਟਕਾਉਂਦੇ ਨੇ, ਦੀਨ ਤੋਂ ਦੂਰ ਕਰਦੇ ਪਏ ਨੇ। ਇਹਨਾਂ ਦਾ ਇਸਲਾਮ 'ਚ ਇੱਕ ਐਸਾ ਮੁਕਾਮ ਹੋਣਾ ਚਾਹੀਦਾ ਹੈ ਕਿ ਇਹ ਤੁਹਾਨੂੰ ਅੱਲਾ ਦਾ ਰਸਤਾ ਦਿਖਾਣ। ਅੱਲਾ ਦਾ ਰਸਤਾ ਕੁਰਾਨੇ ਪਾਕ ਹੈ। ਜਿਹੜਾ ਕੁਰਾਨੇ ਪਾਕ ਦੀ ਅੱਜ ਗੱਲ ਕਰਦਾ ਉਹਨੂੰ ਲੋਕ ਜਿਹੜੇ ਨਾ ਉਹਨੂੰ ਅੱਛਾ ਨਹੀਂ ਸਮਝਦੇ। ਤੇ ਜਿਹੜੇ ਇਹੋ ਜਿਹੇ ਟ੍ਰਿਕ ਕਰਨ ਵਾਲੇ ਇਨਸਾਨ ਹੁੰਦੇ ਨੇ, ਜਿਹੜੇ ਇਹੋ ਜਿਹੇ ਮੈਜਿਕ ਕਰਨ ਵਾਲੇ ਲੋਕ ਹੁੰਦੇ ਨੇ ਨਾ, ਲੋਕ ਇਹਨਾਂ ਦੇ ਨਾਲ ਬੜਾ ਜੁੜ ਕੇ ਰਹਿੰਦੇ ਨੇ। ਜਿੰਨੇ ਡਰਾਮੇਬਾਜ਼, ਜਿੰਨੇ ਪੀਰ ਫਕੀਰ ਬਾਬੇ ਤੁਹਾਨੂੰ ਇਸ ਪਾਕਿਸਤਾਨ 'ਚ ਨਜ਼ਰ ਆਉਂਦੇ ਨੇ ਨਾ, ਇਹਨੇ ਤੁਹਾਨੂੰ ਪੂਰੀ ਦੁਨੀਆ 'ਚ ਕਿਤੇ ਨਜ਼ਰ ਨਹੀਂ ਆਉਣਗੇ। ਤੇ ਅੱਲਾਹ ਤਾਲਾ ਤੁਹਾਨੂੰ ਹਦਾਇਤ ਦੇਵੇ, ਕਿਉਂਕਿ ਤੁਹਾਡੀ ਹਦਾਇਤ ਤੋਂ ਹਟਣ ਦੀ ਵਜ੍ਹਾ ਹੀ ਇਹੀ ਹੈ ਕਿ ਤੁਸੀਂ ਇਹਨਾਂ ਪੀਰਾਂ ਫਕੀਰਾਂ ਦੀ ਮੰਨਦੇ ਜੇ। ਅਗਰ ਅੱਲਾ ਨੂੰ ਮੰਨਦੇ ਜੇ ਤੇ ਅੱਲਾ ਦੀ ਵੀ ਮੰਨੋ। ਜਦੋਂ ਤੁਸੀਂ ਅੱਲਾ ਦੀ ਮੰਨਣੀ ਸ਼ੁਰੂ ਕਰਤੀ ਨਾ ਤੇ ਇਹਨਾਂ ਲੋਕਾਂ ਦੀ ਵੈਲਿਊ ਜ਼ੀਰੋ ਹੋ ਜਾਏਗੀ। ਇਹ ਪੀਰ ਲਟਕਣ ਸ਼ਾਹ ਇਹਦਾ ਕੀ ਕਰਤੱਵ ਕਰਨ ਦਾ ਮਕਸਦ ਹੈਗਾ? ਲੋਕਾਂ ਨੂੰ ਗੁੰਮਰਾਹ ਕਰਨਾ। ਲੋਕੀ ਉਹ ਜਿਹੇ ਜਿਹੜੇ ਇਹਦੇ ਪਿੱਛੇ ਲੱਗ ਕੇ ਗੁੰਮਰਾਹ ਹੋਣਗੇ, ਅੱਲਾ ਦੇ ਰਸਤੇ ਤੋਂ ਹਟਣਗੇ ਤੇ ਇਹ ਸ਼ੈਤਾਨ ਤੁਹਾਨੂੰ ਇਸ ਪਾਸੇ ਲੈ ਕੇ ਜਾ ਰਿਹਾ। ਇਸ ਕਰਕੇ ਸ਼ੈਤਾਨ ਦੀ ਪੈਰਵੀ ਨਾ ਕਰੋ। ਇਹਨਾਂ ਲੋਕਾਂ ਨੂੰ ਅਨਫਾਲੋ ਕਰੋ, ਇਹਨਾਂ ਲੋਕਾਂ ਨੂੰ ਡਿਸਲਾਈਕ ਕਰੋ ਤਾਂ ਕਿ ਇਹ ਅੱਗੇ ਪ੍ਰਮੋਟ ਨਾ ਹੋ ਸਕਣ, ਅੱਗੇ ਤੱਕ ਜਾ ਨਾ ਸਕਣ। ਐਸੀ ਵੀਡੀਓ ਜਿਹੜੇ ਤੁਹਾਨੂੰ ਦੀਨ ਦੇ ਇਸਲਾਮ ਦੇ ਨਜ਼ਦੀਕ ਲੈ ਕੇ ਆਵੇ, ਉਹਨਾਂ ਲੋਕਾਂ ਨੂੰ ਫੋਲੋ ਕਰਿਆ ਕਰੋ, ਉਹਨਾਂ ਲੋਕਾਂ ਨੂੰ ਜਿਹੜਾ ਨਾ ਸਪੋਰਟ ਬਣਿਆ ਕਰੋ, ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਇਆ ਕਰੋ ਜਿਹੜੇ ਦੀਨ ਦਾ ਤੁਹਾਨੂੰ ਰਸਤਾ ਦਿਖਾਉਂਦੇ ਨੇ, ਜਿਹੜੇ ਤੁਹਾਨੂੰ ਗੁੰਮਰਾਹੀ ਤੋਂ ਕੱਢਣਾ ਚਾਹੁੰਦੇ ਨੇ। ਤੁਹਾਡੀ ਅਗਰ ਗੁੰਮਰਾਹੀ 'ਚੋਂ ਤੁਸੀਂ ਨਿਕਲ ਆਓਗੇ ਤੇ ਇਹਦੇ 'ਚ ਮੈਨੂੰ ਇਹ ਸਵਾਬ ਮਿਲੇਗਾ ਕਿ ਮੈਂ ਤੁਹਾਨੂੰ ਦੀਨੇ ਰਾਹ ਹੱਕ ਦਾ ਨਾ ਸਹੀ ਰਸਤਾ ਦੱਸਿਆ। खैर अल्लाह पाक उस्ताद मोहतरम जनाब मुहम्मद अली मिर्ज़ा ਨੂੰ ਇੱਜ਼ਤ ਅਫਜ਼ਾਈ ਅਤਾ ਫਰਮਾਏ ਤੇ ਐਸੇ ਲੋਕਾਂ ਨੂੰ ਨਿਸਤੋ ਨਬੂਦ ਕਰੇ ਜਿਹੜਾ ਲੋਕਾਂ ਨੂੰ ਦੀਨੇ ਹੱਕ ਤੋਂ ਜਿਹੜਾ ਨਾ ਹਟਾਉਂਦੇ ਨੇ ਤੇ ਆਪਣੇ ਪਿੱਛੇ ਲਾ ਕੇ ਉਹਨਾਂ ਨੂੰ ਗੁੰਮਰਾਹ ਕਰਨ ਦੇ ਨੇ। ਅੱਲਾਹ ਤੁਹਾਡਾ ਤੇ ਮੇਰਾ ਹਾਮੀ ਨਾਸਿਰ ਹੋਵੇ। ਵੀਡੀਓ ਨੂੰ ਅਗਰ ਪੂਰਾ ਵੇਖਿਆ ਜੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ। ਵੀਡੀਓ ਨੂੰ ਲਾਈਕ ਕਰਕੇ ਤੇ ਬੈਲ ਦੇ ਆਈਕਨ ਨੂੰ ਜ਼ਰੂਰ ਆਲ ਤੇ ਪ੍ਰੈਸ ਕਰਿਆ ਕਰੋ, ਕਿਉਂਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤਾਈਓ ਤੁਹਾਨੂੰ ਮਿਲੇਗੀ ਜੇ ਤੁਸੀਂ ਇਹਨੂੰ ਸਬਸਕ੍ਰਾਈਬ ਕੀਤਾ ਹੋਏਗਾ। ਤੇ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਤੇ ਆਪਣੀ ਉਂਗਲੀ ਦੇ ਨਾਲ ਅਗਰ ਤੁਸੀਂ ਉਹਨੂੰ ਬੈਲ ਦੇ ਆਈਕਨ ਨੂੰ ਦਬਾ ਦਿੰਦੇ ਜੇ ਤੇ ਤੁਹਾਡੀ ਉਹ ਵੀ ਨਹੀਂ ਦਰਦ ਹੋਏਗੀ। ਅੱਲਾਹ ਤੁਹਾਡੇ ਰਿਜ਼ਕ 'ਚ ਤੇ ਤੁਹਾਡੀ ਉਮਰ 'ਚ ਇਜ਼ਾਫਾ ਕਰੇ ਤੇ ਫਿਰ ਇੰਸ਼ਾਅੱਲਾਹ ਤਾਲਾ ਮਿਲਾਂਗੇ। ਅੱਲਾਹ ਤੁਹਾਡਾ ਹਾਮੀ ਨਾਸਿਰ ਹੋਵੇ। ਜਜ਼ਾਕੱਲਾਹੁ ਖੈਰ। अस्सलामु अलैकुम वरहमतुल्लाहि वबरकातुहू।